ਪਿਆਰੇ ਵਿਦਿਆਰਥੀਓ, ਸਭ ਨੂੰ ਸਤਿ ਸ੍ਰੀ ਅਕਾਲ। ਮੈਂ ਰਜਵੰਤ ਕੌਰ, ਪੰਜਾਬੀ ਮਿਸਟਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ, ਗੁਰਦਾਸਪੁਰ ਤੋਂ ਅੱਜ ਤੁਹਾਡੇ ਨਾਲ ਪਾਠ 5 ਜਮਾਤ 8ਵੀਂ ਦੇ ਪਾਠ 5 ਕਵਿਤਾ ਹੈ ਉੱਦਮ ਕਰੀ ਜ਼ਰੂਰ। ਉੱਦਮ ਕਰੀ ਜ਼ਰੂਰ ਕਵਿਤਾ ਜੋ ਕਿ ਸਾਡੇ ਕਵੀ ਬਲਦੇਵ ਸਿੰਘ ਧਾਲੀਵਾਲ ਦੀ ਲਿਖੀ ਹੋਈ ਹੈ। ਦੇ ਸਰਲ ਅਰਥਾਂ ਬਾਰੇ, ਔਖੇ ਸ਼ਬਦਾਂ ਦੇ ਅਰਥਾਂ ਬਾਰੇ ਅਸੀਂ ਚਰਚਾ ਕਰਾਂਗੇ। ਕਵਿਤਾ ਹੈ ਉੱਦਮ ਕਰੀ ਜ਼ਰੂਰ। ਇਸ ਕਵਿਤਾ ਵਿੱਚ ਕਵੀ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ ਕਿ ਅਸੀਂ ਕਦੀ ਵੀ ਹੌਸਲਾ ਨਹੀਂ ਢਾਉਣਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਹੌਸਲੇ ਨੂੰ ਬੁਲੰਦ ਰੱਖਣਾ ਹੈ, ਆਪਣੀ ਮਿਹਨਤ ਨੂੰ ਲਗਾਤਾਰ ਜਾਰੀ ਰੱਖਣਾ ਹੈ। ਤੁਹਾਡੀ ਮਿਹਨਤ ਇੱਕ ਦਿਨ ਜ਼ਰੂਰ ਹੀ ਰੰਗ ਲਿਆਵੇਗੀ ਅਤੇ ਤੁਹਾਨੂੰ ਤੁਹਾਡੀ ਮਨ ਚਾਹੁੰਦੀ ਮੰਜ਼ਿਲ 'ਤੇ ਜ਼ਰੂਰ ਪਹੁੰਚਾਏਗੀ। ਇਸ ਕਵਿਤਾ ਵਿੱਚ ਕਵੀ ਨੇ ਜੋ ਸਾਨੂੰ ਪ੍ਰੇਰਨਾ ਦਿੱਤੀ ਹੈ ਉਹ ਵਿਦਿਆਰਥੀ ਜੀਵਨ ਲਈ ਬਹੁਤ ਹੀ ਲਾਹੇਵੰਦ ਹੈ। ਵੈਸੇ ਤਾਂ ਹਰ ਮਨੁੱਖ ਲਈ ਇਹ ਪ੍ਰੇਰਨਾ ਸਰੋਤ ਹੈ, ਪਰ ਵਿਦਿਆਰਥੀ ਲਈ ਤਾਂ ਬਹੁਤ ਹੀ ਮਹੱਤਵਪੂਰਨ ਪ੍ਰੇਰਨਾ ਹੈ, ਜਿਸ ਦੇ ਨਾਲ ਉਸ ਦਾ ਜੀਵਨ ਸਫਲ ਹੋ ਸਕਦਾ ਹੈ। ਸੋ ਆਓ ਸਭ ਤੋਂ ਪਹਿਲਾਂ ਅਸੀਂ ਕਵਿਤਾ ਨੂੰ ਪੜ੍ਹਦੇ ਹਾਂ, ਕਵਿਤਾ ਦਾ ਇੱਕ ਵਾਰ ਪਾਠ ਕਰਦੇ ਹਾਂ। ਇਸ ਕਵਿਤਾ ਦੇ ਵਿੱਚ ਜੋ ਸਾਨੂੰ ਪ੍ਰੇਰਨਾ ਦਿੱਤੀ ਹੈ, ਉਸ ਦਾ ਜੋ ਥੀਮ ਹੈ ਉਹ ਸਾਨੂੰ ਸਫਲਤਾ ਬਾਰੇ ਦੱਸਦਾ ਹੈ ਕਿ ਅਸੀਂ ਆਪਣੀ ਸਫਲਤਾ ਨੂੰ ਕਿਵੇਂ ਛੂਹ ਸਕਦੇ ਹਾਂ। ਤੁਹਾਡੇ ਵਰਗਾ ਹੀ ਵਿਦਿਆਰਥੀ ਵੇਖੋ, ਆਪਣੀ ਸਫਲਤਾ ਬਾਰੇ ਸੋਚਦਾ ਹੋਇਆ ਚੰਦ ਤਾਰਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਦੇਖੋ, ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋਵੋਗੇ ਕਿ ਕਦੀ ਅਸੀਂ ਵੀ ਸਮਾਜ ਵਿੱਚ ਇਵੇਂ ਹੀ ਚਮਕੀਏ ਕਿ ਸਾਨੂੰ ਸਾਰੇ ਕਹਿਣ ਕਿ ਅਸੀਂ ਮਿਹਨਤੀ ਹਾਂ ਅਤੇ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਹਾਂ। ਵਿਦਿਆਰਥੀ ਜੀਵਨ ਵਿੱਚ ਜੀ ਤੋੜ ਮਿਹਨਤ ਕਰਨ ਦੀ ਲੋੜ ਹੁੰਦੀ ਹੈ ਵਿਦਿਆਰਥੀਓ। ਸੋ ਸਾਨੂੰ ਸਾਰਿਆਂ ਨੂੰ ਇਸ ਕਵਿਤਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸੋ ਆਓ ਅਸੀਂ ਕਵਿਤਾ ਦੇ ਸ਼ਬਦਾਂ ਦੀ ਪਾਠਨ ਕਰਦੇ ਹਾਂ ਇੱਕ ਵਾਰ। ਵੇਖੋ ਵਿਦਿਆਰਥੀਓ, ਜੇ ਚਾਹੇ ਪੁੱਜਣਾ ਮੰਜ਼ਿਲ 'ਤੇ, ਜੇ ਚਾਹੇ ਪੁੱਜਣਾ ਮੰਜ਼ਿਲ 'ਤੇ, ਵਗੇ ਜਿਵੇਂ ਦਰਿਆ, ਤੋੜ ਨਿਰੰਤਰ ਨਾ ਜ਼ਿੰਦਗੀ ਦਾ, ਮੌਤ ਕਦਮ ਰੁਕਿਆ, ਮੌਤ ਕਦਮ ਰੁਕਿਆ, ਜੇ ਕਿਧਰੇ ਹਾਰਾਂ ਲੱਕ ਤੋੜਨ, ਜੇ ਕਿਧਰੇ ਹਾਰਾਂ ਲੱਕ ਤੋੜਨ, ਮਨ ਹੋ ਜਾਏ ਨਿਰਾਸ਼, ਮਨ ਹੋ ਜਾਏ ਨਿਰਾਸ਼, ਜ਼ਿੰਦਗੀ ਜਾਣੇ, ਜ਼ਿੰਦਗੀ ਜਾਣੇ ਘੋਲ ਲੰਬੇਰਾ, ਜਿੱਤ ਵਿੱਚ ਰੱਖ ਵਿਸ਼ਵਾਸ, ਜ਼ਿੰਦਗੀ ਜਾਣੇ ਘੋਲ ਲੰਬੇਰਾ, ਜਿੱਤ ਵਿੱਚ ਰੱਖ ਵਿਸ਼ਵਾਸ, ਜੇ ਕਿਧਰੇ ਮਨ ਦੇ ਅੰਬਰ 'ਤੇ, ਜੇ ਕਿਧਰੇ ਮਨ ਦੇ ਅੰਬਰ 'ਤੇ, ਛਾਏ ਘੋਰ ਉਦਾਸੀ, ਛਾਏ ਘੋਰ ਉਦਾਸੀ, ਮਨ ਦਾ ਮਾਲਕ ਬਣ ਨਾ ਦੇਵੀਂ, ਮਨ ਦਾ ਮਾਲਕ ਬਣ ਨਾ ਦੇਵੀਂ, ਇਹ ਤਾਂ ਤੇਰੀ ਦਾਸੀ, ਤੇਰੇ ਮਨ ਵਿੱਚ ਰੋਸ਼ਨ ਸੂਰਜ, ਤੇਰੇ ਮਨ ਵਿੱਚ ਰੋਸ਼ਨ ਸੂਰਜ, ਚੰਦਰਮਾ ਤੇ ਤਾਰੇ, ਕਦਮਾਂ ਦੇ ਵਿੱਚ ਮੰਜ਼ਿਲ ਤੇਰੇ, ਸਮਝ ਲਵੇਂ ਜੇ ਪਿਆਰੇ, ਕਦਮਾਂ ਦੇ ਵਿੱਚ ਮੰਜ਼ਿਲਾਂ ਤੇਰੇ, ਸਮਝ ਲਵੇਂ ਜੇ ਪਿਆਰੇ, ਤੇਰੇ ਖਿੜਨ ਤੋਂ ਜਗ ਨੇ ਖਿੜਨਾ, ਤੇਰੇ ਖਿੜਨ ਤੋਂ ਜਗ ਨੇ ਖਿੜਨਾ, ਮੁਰਝਾਇਆ ਮੁਰਝਾਵੇ ਵੰਡ ਸੁਗੰਧੀਆਂ, ਪ੍ਰੀਤ ਸੁਨੇਹੇ, ਨਿੱਘੇ ਪਿਆਰ ਕੁਲਾਵੇ, ਨਿੱਘੇ ਪਿਆਰ ਕੁਲਾਵੇ, ਸਿਦਕ ਲਗਨ ਦੇ ਤਕੜੇ ਖੰਭੇ, ਸਿਦਕ ਲਗਨ ਦੇ ਤਕੜੇ ਖੰਭੇ, ਉੱਡਣਾ
ਉੱਚ ਅਸਮਾਨੀ, ਥਲ ਸਾਗਰ ਵੀ ਰੋਕ ਸਕਣ ਨਾ। ਥਲ ਸਾਗਰ ਵੀ ਰੋਕ ਸਕਣ ਨਾ, ਤੇਰੀ ਸਹਿਜ ਰਵਾਨੀ, ਤੇਰੀ ਸਹਿਜ ਰਵਾਨੀ। ਜੇ ਕੁਝ ਲੋਚੇ ਮਨ ਵਿੱਚ ਸੱਜਣਾ, ਉੱਦਮ ਕਰੀ ਜ਼ਰੂਰ। ਜੇ ਕੁਝ ਲੋਚੇ ਮਨ ਵਿੱਚ ਸੱਜਣਾ, ਉੱਦਮ ਕਰੀ ਜ਼ਰੂਰ। ਬਿਨ ਉੱਦਮ ਹੱਥ ਸਖਣੇ ਰਹਿਸਨ, ਬਿਨ ਉੱਦਮ ਹੱਥ ਸਖਣੇ ਰਹਿਸਨ। ਉੱਦਮ ਥੀ ਭਰਪੂਰ, ਉੱਦਮ ਥੀ ਭਰਪੂਰ। ਪਿਆਰੇ ਵਿਦਿਆਰਥੀਓ, ਤੁਸੀਂ ਕਵਿਤਾ ਸੁਣੀ ਹੈ। ਵੇਖੋ ਬੱਚਿਓ, ਅਸੀਂ ਹੁਣ ਸਰਲ ਅਰਥਾਂ ਦੀ ਗੱਲ ਕਰਾਂਗੇ। ਇਸ ਕਵਿਤਾ ਦੇ ਸਰਲ ਅਰਥ ਕੀ ਹਨ, ਕਿਉਂਕਿ ਤੁਹਾਨੂੰ ਪੇਪਰ ਦੇ ਵਿੱਚ ਸਰਲ ਅਰਥ ਵੀ ਪੁੱਛੇ ਜਾਣੇ ਹਨ। ਤੁਸੀਂ ਤਸਵੀਰ ਵਿੱਚ ਵੀ ਦੇਖ ਰਹੇ ਹੋ ਇੱਕ ਕੀੜੀ, ਜਿਸ ਦਾ ਕਿ ਬਹੁਤ ਹੀ ਥੋੜ੍ਹਾ ਭਾਰ ਹੁੰਦਾ ਹੈ ਅਤੇ ਉਹ ਆਪਣੇ ਨਾਲੋਂ ਕਈ ਗੁਣਾ ਵੱਡੀ ਚੀਜ਼ ਨੂੰ ਉਠਾ ਲੈਂਦੀ ਹੈ। ਜਿਵੇਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਕਿ ਛੋਟੀ ਜਿਹੀ ਕੀੜੀ ਏਡੇ ਵੱਡੇ ਪੱਥਰ ਨੂੰ ਸੰਭਾਲ ਰਹੀ ਹੈ, ਉਸ ਨੂੰ ਰੋਕ ਰਹੀ ਹੈ। ਅਸੀਂ ਵੀ ਜ਼ਿੰਦਗੀ ਦੇ ਵਿੱਚ ਵੱਡੀਆਂ ਵੱਡੀਆਂ ਮੁਸ਼ਕਿਲਾਂ ਦਾ ਇਵੇਂ ਹੀ ਸਾਹਮਣਾ ਕਰ ਸਕਦੇ ਹਾਂ, ਜਿਵੇਂ ਤੁਹਾਡੇ ਸਾਹਮਣੇ ਦਿਖਾਇਆ ਗਿਆ ਹੈ। ਦੇਖੋ, ਸਤਰਾਂ ਦੇ ਆਪਾਂ ਸਰਲ ਅਰਥ ਕਰਦੇ ਹਾਂ। ਜੇ ਕੁਝ ਲੋਚੇ ਮਨ ਵਿੱਚ ਸੱਜਣਾ, ਉੱਦਮ ਕਰੀ ਜ਼ਰੂਰ। ਜੇ ਅਸੀਂ ਮਨ ਵਿੱਚ ਕੋਈ ਇੱਛਾ ਰੱਖਦੇ ਹਾਂ ਕਿਸੇ ਮੰਜ਼ਿਲ 'ਤੇ ਪਹੁੰਚਣ ਦੀ, ਤਾਂ ਉਸ ਲਈ ਸਾਨੂੰ ਉੱਦਮ ਕਰਨਾ ਪਏਗਾ। ਉੱਦਮ ਭਾਵ ਮਿਹਨਤ, ਹਿੰਮਤ ਕਰਨੀ ਪਏਗੀ, ਜੀ ਤੋੜ ਮਿਹਨਤ ਕਰਨੀ ਪਏਗੀ। ਬਿਨ ਉੱਦਮ ਹੱਥ ਸਖਣੇ ਰਹਿਸਨ। ਉੱਦਮ ਤੋਂ ਬਿਨਾਂ ਸਾਡੇ ਹੱਥ ਕੁਝ ਵੀ ਨਹੀਂ ਆਉਂਦਾ। ਕੋਈ ਧਨ ਦੌਲਤ ਸਾਡੇ ਹੱਥ ਨਹੀਂ ਲੱਗਦੀ, ਭਾਵ ਸਾਡੇ ਹੱਥ ਸਖਣੇ, ਖਾਲੀ ਦੇ ਖਾਲੀ ਰਹਿ ਜਾਂਦੇ ਹਨ। ਉੱਦਮ ਥੀ ਭਰਪੂਰ। ਉੱਦਮ ਕਰਨ ਦੇ ਨਾਲ, ਮਿਹਨਤ ਕਰਨ ਦੇ ਨਾਲ ਹੀ ਸਾਡੇ ਹੱਥ ਭਰ ਜਾਂਦੇ ਹਨ। ਕਾਹਦੇ ਨਾਲ? ਦੌਲਤਾਂ ਨਾਲ। ਮੰਜ਼ਿਲ ਦੀ ਪ੍ਰਾਪਤੀ ਹੋ ਜਾਂਦੀ ਹੈ, ਦੌਲਤਾਂ ਨਾਲ ਸਾਡੇ ਹੱਥ ਭਰ ਜਾਂਦੇ ਹਨ। ਅੱਗੇ ਅਸੀਂ ਦੇਖਦੇ ਹਾਂ। ਜੇ ਚਾਹੇ ਪੁੱਜਣਾ ਮੰਜ਼ਿਲ 'ਤੇ, ਵਗੀ ਜਿਵੇਂ ਦਰਿਆ। ਤੋੜ ਨਿਰੰਤਰ ਨਾ ਜ਼ਿੰਦਗੀ ਦਾ, ਮੌਤ ਕਦਮ ਰੁਕਿਆ। ਪਿਆਰੇ ਵਿਦਿਆਰਥੀਓ, ਇਹਨਾਂ ਸਤਰਾਂ ਵਿੱਚ ਕਵੀ ਕਹਿ ਰਿਹਾ ਹੈ, ਜੇਕਰ ਅਸੀਂ ਮੰਜ਼ਿਲ 'ਤੇ ਪਹੁੰਚਣਾ ਹੈ ਤਾਂ ਸਾਨੂੰ ਕਿਵੇਂ ਮਿਹਨਤ ਕਰਨੀ ਪਵੇਗੀ। ਵੇਖੋ, ਅਸੀਂ ਆਪਣੀ ਜ਼ਿੰਦਗੀ ਵਿੱਚ ਦਰਿਆਵਾਂ ਨੂੰ ਦੇਖਦੇ ਹਾਂ। ਦਰਿਆ ਕਦੀ ਰੁਕਦੇ ਨਹੀਂ, ਬਿਨਾਂ ਸ਼ੱਕ ਉਹ ਬਹੁਤ ਹੌਲੀ ਚਾਲੇ, ਮੱਧਮ ਚਾਲੇ ਚੱਲਦੇ ਰਹਿਣ, ਪਰੰਤੂ ਲਗਾਤਾਰ ਚੱਲਦੇ ਰਹਿੰਦੇ ਹਨ। ਸੋ ਸਾਨੂੰ ਵੀ ਆਪਣੀ ਮਿਹਨਤ ਨੂੰ ਦਰਿਆਵਾਂ ਦੇ ਚੱਲਣ ਵਾਂਗ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਕਵੀ ਕਹਿੰਦਾ ਹੈ ਕਿ ਜੇਕਰ ਤੁਸੀਂ ਲਗਾਤਾਰ ਮਿਹਨਤ ਕਰਦੇ ਰਹੋਗੇ, ਜਿਵੇਂ ਦਰਿਆ ਨਿਰੰਤਰ ਚੱਲਦੇ ਰਹਿੰਦੇ ਹਨ, ਤਾਂ ਅਸੀਂ ਜ਼ਰੂਰ ਹੀ ਆਪਣੀ ਮਿੱਥੀ ਹੋਈ ਮੰਜ਼ਿਲ 'ਤੇ ਪਹੁੰਚਾਂਗੇ। ਤੋੜ ਨਿਰੰਤਰ ਨਾ ਜ਼ਿੰਦਗੀ ਦਾ, ਮੌਤ ਕਦਮ ਰੁਕਿਆ। ਰੁਕਣ ਦਾ ਮਤਲਬ ਹੈ ਮੁੱਕ ਜਾਣਾ, ਖਤਮ ਹੋ ਜਾਣਾ। ਇਸ ਕਰਕੇ ਜਦ ਤੱਕ ਅਸੀਂ ਜ਼ਿੰਦਾ ਹਾਂ, ਸਾਨੂੰ ਹਮੇਸ਼ਾ ਹੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਮਿਹਨਤ ਦਾ ਪੱਲਾ ਸਾਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ। ਸੋ ਅਗਲਾ ਦੇਖਦੇ ਹਾਂ ਅਸੀਂ ਕੀ ਪੈਰਾ ਕਹਿੰਦਾ ਹੈ। ਜੇ ਕਿਧਰੇ ਹਾਰਾਂ ਲੱਕ ਤੋੜਨ, ਜੇ ਕਿਧਰੇ ਹਾਰਾਂ ਲੱਕ ਤੋੜਨ, ਮਨ ਹੋ ਜਾਏ ਨਿਰਾਸ। ਜ਼ਿੰਦਗੀ ਜਾਣੀ ਜਾਣੀ ਘੋਲ ਲੰਬੀਰਾ, ਜ਼ਿੰਦਗੀ ਜਾਣੀ ਘੋਲ ਲੰਬੀਰਾ, ਜਿੱਤ ਵਿੱਚ ਰੱਖ ਵਿਸ਼ਵਾਸ। ਕਵੀ ਕਹਿ ਰਿਹਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਸਾਨੂੰ ਬਹੁਤ ਸਾਰੀਆਂ ਹਾਰਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ, ਤਾਂ ਮਨ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦੇਣਾ ਚਾਹੀਦਾ। ਮਨ ਨੂੰ ਹਮੇਸ਼ਾ ਹੀ ਹੌਸਲਾ ਦੇਣਾ ਚਾਹੀਦਾ ਹੈ ਕਿ ਜ਼ਿੰਦਗੀ ਅਜੇ ਖਤਮ ਨਹੀਂ ਹੋਈ, ਜ਼ਿੰਦਗੀ ਬੜੀ ਲੰਬੀ ਹੈ, ਮੈਂ ਜਿੱਤ ਸਕਦਾ ਹਾਂ। ਜਿਵੇਂ ਕਿ ਤੁਸੀਂ ਇੱਕ ਰਾਜੇ ਦੀ ਕਹਾਣੀ ਸੁਣੀ ਹੈ ਕਿ ਉਹ ਹਾਰ ਗਿਆ ਯੁੱਧ ਦੇ ਵਿੱਚ, ਤਾਂ ਉਹ ਇੱਕ ਗੁਫਾ ਦੇ ਵਿੱਚ ਚਲਾ ਗਿਆ। ਉੱਥੇ ਉਸਨੇ ਇੱਕ ਮੱਕੜੀ ਦੇਖੀ ਜੋ ਬਾਰ-ਬਾਰ ਹੇਠਾਂ ਡਿੱਗ ਰਹੀ ਸੀ,
ਤੇ ਬਾਰ-ਬਾਰ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ, ਆਪਣੇ ਘਰ ਤੱਕ ਪਹੁੰਚਣ ਦੀ, ਆਪਣੇ ਜੋ ਜਾਲੇ ਦੇ ਵਿੱਚ ਘਰ ਬਣਾਇਆ ਹੁੰਦਾ ਉੱਥੋਂ ਤੱਕ ਪਹੁੰਚਣ ਦੀ, ਪਰ ਉਹ ਪਹੁੰਚ ਨਹੀਂ ਸੀ ਰਹੀ। 10-15 ਵਾਰ ਉਹਨੇ ਕੋਸ਼ਿਸ਼ ਕੀਤੀ, ਉੱਪਰ ਨੂੰ ਛਾਲ ਮਾਰੀ ਤੇ ਉਹ ਮਤਲਬ ਅਖੀਰਲੀ ਛਾਲ ਦੇ ਵਿੱਚ ਲਗਭਗ 10-15 ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਆਪਣੀ ਮੰਜ਼ਿਲ 'ਤੇ ਪਹੁੰਚੀ। ਸੋ ਉਸ ਮੱਕੜੀ ਦੇ ਆਪਣੇ ਘਰ ਤੱਕ ਪਹੁੰਚਣ 'ਤੇ ਉਸ ਰਾਜੇ ਨੂੰ ਇਹ ਪ੍ਰੇਰਨਾ ਮਿਲੀ ਕਿ ਜੇਕਰ ਇਹ ਮੱਕੜੀ ਇੰਨੀ ਵਾਰ ਕੋਸ਼ਿਸ਼ ਕਰਕੇ ਆਪਣੇ ਘਰ ਪਹੁੰਚ ਸਕਦੀ ਹੈ ਤੇ ਮੈਂ ਕਿਉਂ ਨਹੀਂ ਜਿੱਤ ਸਕਦਾ। ਉਹ ਫਿਰ ਉਸ ਗੁਫਾ ਦੇ ਵਿੱਚੋਂ ਬਾਹਰ ਨਿਕਲਿਆ। ਉਹਨੇ ਆਪਣੀ ਸੈਨਾ ਇਕੱਠੀ ਕੀਤੀ, ਮਨ ਨੂੰ ਹੌਸਲਾ ਦਿੱਤਾ, ਆਪਣੇ ਮਨ ਨੂੰ ਟੁੱਟਣ ਨਹੀਂ ਦਿੱਤਾ ਤੇ ਫਿਰ ਯੁੱਧ ਲੜਿਆ ਤੇ ਉਹ ਫਿਰ ਉਸ ਦੀ ਜਿੱਤ ਹੋਈ। ਸੋ ਪਿਆਰੇ ਵਿਦਿਆਰਥੀਓ, ਹਾਰਾਂ ਤੋਂ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਜ਼ਿੰਦਗੀ ਬਹੁਤ ਲੰਬੀ ਹੈ। ਤੁਹਾਡੀ ਮਿਹਨਤ ਜ਼ਰੂਰ ਹੀ ਇੱਕ ਦਿਨ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਪਹੁੰਚਾ ਦੇਵੇਗੀ। ਸੋ ਪਿਆਰੇ ਵਿਦਿਆਰਥੀਓ, ਅਗਲਾ ਪੈਰਾ ਹੈ ਸਾਡੇ ਕੋਲ, ਅਗਲੀਆਂ ਸਤਰਾਂ। ਜੇ ਕਿਧਰੇ ਮਨ ਦੇ ਅੰਬਰ 'ਤੇ, ਜੇ ਕਿਧਰੇ ਮਨ ਦੇ ਅੰਬਰ 'ਤੇ ਛਾਏ ਘੋਰ ਉਦਾਸੀ। ਜੇ ਕਿਧਰੇ ਮਨ ਦੇ ਅੰਬਰ ਉੱਤੇ ਮਨ ਦੇ ਵਿੱਚ ਉਦਾਸੀ ਪੈਦਾ ਹੋ ਜਾਵੇ ਹਾਰਾਂ ਨੂੰ ਵੇਖ ਕੇ, ਮਨ ਦਾ ਮਾਲਕ ਬਣ ਨਾ ਦੇਵੀਂ, ਇਹ ਤਾਂ ਤੇਰੀ ਦਾਸੀ। ਇਹ ਉਦਾਸੀ ਤੁਹਾਡੇ ਮਨ ਦੀ ਮਾਲਕ ਨਹੀਂ ਹੋਣੀ ਚਾਹੀਦੀ, ਸਗੋਂ ਤੁਹਾਡੀ ਦਾਸੀ ਹੋਣੀ ਚਾਹੀਦੀ ਹੈ, ਕਿਉਂਕਿ ਸਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ। ਇਹੀ ਜ਼ਿੰਦਗੀ ਦਾ ਇੱਕ ਗੁੱਝਾ ਰਾਜ ਹੈ। ਅਗਲੀਆਂ ਸਤਰਾਂ ਵੇਖੋ ਪਿਆਰੇ ਵਿਦਿਆਰਥੀਓ। ਤੇਰੇ ਮਨ ਵਿੱਚ ਰੋਸ਼ਨ ਸੂਰਜ, ਚੰਦਰਮਾ ਤੇ ਤਾਰੇ। ਮਨੁੱਖ ਦੇ ਮਨ ਵਿੱਚ ਹੀ ਪ੍ਰੇਰਨਾ ਦੇ ਸਰੋਤ ਹੁੰਦੇ ਹਨ। ਉਹ ਕੁਦਰਤ ਦੀ ਕਿਸੇ ਵੀ ਚੀਜ਼ ਤੋਂ ਪ੍ਰੇਰਨਾ ਲੈ ਸਕਦਾ ਹੈ। ਜਿਵੇਂ ਕਿ ਤੁਹਾਨੂੰ ਤਸਵੀਰ ਵਿੱਚ ਹੀ ਦਿਖਾਇਆ ਗਿਆ ਹੈ ਕਿ ਜੇ ਮਨੁੱਖ ਚਾਹੇ ਤਾਂ ਵੱਡੀਆਂ ਵੱਡੀਆਂ ਖਾਈਆਂ ਨੂੰ ਪਾਰ ਕਰ ਸਕਦਾ ਹੈ। ਤੇਰੇ ਮਨ ਵਿੱਚ ਰੋਸ਼ਨ ਸੂਰਜ, ਚੰਦਰਮਾ ਤੇ ਤਾਰੇ। ਇਹ ਮਨੁੱਖ, ਤੇਰੇ ਮਨ ਵਿੱਚ ਸੂਰਜ, ਚੰਦਰਮਾ ਤੇ ਤਾਰੇ ਭਾਵ ਚੰਗੀਆਂ ਪ੍ਰੇਰਨਾ ਭਰਪੂਰ ਗੱਲਾਂ, ਕਹਾਣੀਆਂ ਵੀ ਪਈਆਂ ਹੋਈਆਂ ਨੇ। ਕਦਮਾਂ ਦੇ ਵਿੱਚ ਮੰਜ਼ਿਲ ਤੇਰੇ, ਸਮਝ ਲਵੇਂ ਜੇ ਪਿਆਰੇ। ਜੇਕਰ ਤੂੰ ਇਸ ਗੱਲ ਨੂੰ ਸਮਝ ਲਵੇਂ ਤਾਂ ਮੰਜ਼ਿਲ ਤੇਰੇ ਕਦਮਾਂ ਵਿੱਚ ਪਹੁੰਚ ਜਾਵੇਗੀ, ਜੇਕਰ ਤੂੰ ਇਹਨਾਂ ਚੀਜ਼ਾਂ ਤੋਂ ਪ੍ਰੇਰਨਾ ਲਵੇਂ। ਹੁਣ ਜਿਵੇਂ ਤੁਹਾਡੇ ਸਿਲੇਬਸ ਵਿੱਚ ਹੀ ਪ੍ਰੇਰਨਾ ਭਰੀ ਕਵਿਤਾ ਹੈ, ਇਸ ਤੋਂ ਪ੍ਰੇਰਨਾ ਲੈ ਕੇ ਤੁਸੀਂ ਆਪਣੀ ਮਿਹਨਤ ਜਾਰੀ ਰੱਖ ਸਕਦੇ ਹੋ, ਹੋਰ ਕਰ ਸਕਦੇ ਹੋ, ਮਿਹਨਤੀ ਸੁਭਾਅ ਬਣਾ ਸਕਦੇ ਹੋ, ਦ੍ਰਿੜ ਨਿਸ਼ਚਾ ਆਪਣਾ ਕਾਇਮ ਰੱਖ ਸਕਦੇ ਹੋ। ਅਗਲੀ ਦੇਖੋ ਬੇਟਾ, ਅਗਲੀਆਂ ਸਤਰਾਂ ਨੇ ਅਗਲੀ ਇਸ ਕਵਿਤਾ ਦੀਆਂ। ਤੇਰੇ ਖਿੜਨ ਤੋਂ ਜਗ ਨੇ ਖਿੜਨਾ, ਮੁਰਝਾਇਆ ਮੁਰਝਾਵੇ। ਜੇਕਰ ਤੂੰ ਖੁਸ਼ ਹੋਵੇਂਗਾ ਤਾਂ ਤੇਰੇ ਵੱਲ ਵੇਖ ਕੇ ਬਾਕੀ ਵੀ ਖੁਸ਼ ਹੋ ਜਾਣਗੇ, ਤੇ ਜੇਕਰ ਤੂੰ ਹੀ ਮੂੰਹ ਲਟਕਾ ਕੇ ਫਿਰੇਂਗਾ, ਦੁਖੀ ਦੁਖੀ ਫਿਰੇਂਗਾ, ਤੇ ਤੈਨੂੰ ਮਿਲਣ ਵਾਲੇ ਲੋਕ ਕਦੀ ਖੁਸ਼ ਨਹੀਂ ਰਹਿਣਗੇ। ਵੰਡ ਸੁਗੰਧੀਆਂ ਪ੍ਰੀਤ ਸੁਨੇਹੇ। ਤੂੰ ਕੀ ਕਰਨਾ ਹੈ? ਤੂੰ ਚੰਗੇ ਕੰਮਾਂ ਦੀਆਂ ਸੁਗੰਧੀਆਂ ਵੰਡਣੀਆਂ ਨੇ। ਪ੍ਰੀਤ ਸੁਨੇਹੇ, ਪਿਆਰ ਦੇ ਸੰਦੇਸ਼ ਇੱਕ ਦੂਸਰੇ ਨੂੰ ਵੰਡਣੇ ਨੇ। ਨਿੱਘੇ ਪਿਆਰ ਕਲਾਵੇ, ਤੇ ਗਲਵੱਕੜੀਆਂ ਪਿਆਰ ਭਰੀਆਂ ਪਾਉਣੀਆਂ ਨੇ, ਨਾ ਕਿ ਨਫ਼ਰਤ ਫੈਲਾਵੇਂ। ਤੈਨੂੰ ਇਸ ਮਤਲਬ ਕਿ ਦੁਨੀਆ 'ਤੇ ਉੱਤੇ ਪਰਮਾਤਮਾ ਨੇ ਸੁਗੰਧੀਆਂ, ਪ੍ਰੀਤ ਅਤੇ ਪਿਆਰ ਵੰਡਣ ਵਾਸਤੇ ਭੇਜਿਆ ਹੈ। ਅਗਲੀਆਂ ਸਤਰਾਂ ਨੇ ਇਸ ਕਵਿਤਾ ਦੀਆਂ। ਸਿਦਕ ਲਗਨ ਦੇ ਤਕੜੇ ਖੰਭੇ, ਉੱਡਣਾ ਉੱਚ ਅਸਮਾਨੇ। ਸਿਦਕ ਤੇ ਲਗਨ ਦੇ ਖੰਭਾਂ ਦੇ ਨਾਲ ਮਨੁੱਖ ਨੇ ਉੱਚ ਅਸਮਾਨਾਂ ਦੇ ਵਿੱਚ ਉੱਡਣਾ ਹੈ, ਭਾਵ ਮਿਹਨਤ ਦੇ ਨਾਲ ਸਿਦਕ ਤੇ ਲਗਨ ਵੀ ਹੋਣਾ ਚਾਹੀਦਾ ਹੈ। ਥਲ ਸਾਗਰ ਵੀ ਰੋਕ ਸਕਣ ਨਾ, ਤੇਰੀ ਸਹਿਜ ਰਵਾਨੀ। ਆਂਦਾ ਥਲ ਭਾਗ ਧਰਤੀ ਦਾ ਤੇ ਜਲ ਭਾਗ ਵੀ, ਭਾਵ ਧਰਤੀ ਤੇ ਸਮੁੰਦਰ ਵੀ ਤੈਨੂੰ ਰੋਕ ਨਹੀਂ ਸਕਦੇ ਤੇਰੀ ਮੰਜ਼ਿਲ 'ਤੇ ਪਹੁੰਚਣ ਤੋਂ। ਤੇਰੀ ਨਿਰੰਤਰ ਮਿਹਨਤ ਸਦਕਾ ਤੂੰ ਆਪਣੀ ਮੰਜ਼ਿਲ 'ਤੇ ਇੱਕ ਦਿਨ ਜ਼ਰੂਰ ਪਹੁੰਚੇਗਾ। ਅਗਲੀਆਂ ਸਤਰਾਂ ਵੇਖੋ। ਜੇ ਕੁਝ ਲੋਚੇ ਮਨ ਵਿੱਚ ਸੱਜਣਾ, ਉੱਦਮ ਕਰੇ ਜ਼ਰੂਰ। ਜੇ ਤੂੰ ਮਨ ਵਿੱਚ ਕੁਝ ਸੋਚਦਾ ਹੈ ਮੰਜ਼ਿਲ 'ਤੇ ਪਹੁੰਚਣਾ, ਤੇ ਉੱਦਮ ਕਰ। ਬਿਨ ਉੱਦਮ ਹੱਥ ਸੱਖਣੇ ਰਹਿ ਸਨ। ਉੱਦਮ ਤੋਂ ਬਿਨਾਂ, ਮਿਹਨਤ ਤੋਂ ਬਿਨਾਂ ਮਨੁੱਖ ਦੇ ਹੱਥ
ਸੱਖਣੇ ਅਤੇ ਖਾਲੀ ਰਹਿ ਜਾਂਦੇ ਹਨ। ਸੱਖਣੇ ਭਾਵ ਖਾਲੀ ਦੇ ਖਾਲੀ। ਉਦਮ ਥੀ ਭਰਪੂਰ, ਮਿਹਨਤ ਕਰਨ ਦੇ ਨਾਲ ਮਨੁੱਖ ਦੇ ਹੱਥ ਦੌਲਤਾਂ ਆ ਜਾਂਦੀਆਂ ਨੇ, ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ ਮਨੁੱਖ, ਇਸ ਕਰਕੇ ਉਸ ਦੇ ਹੱਥ ਭਰ ਜਾਂਦੇ ਨੇ। ਅਸੀਂ ਕਵਿਤਾ ਦੇ ਸਰਲ ਅਰਥ ਵੇਖੇ ਹਨ। ਹੁਣ ਅਸੀਂ ਅਭਿਆਸ ਦੇ ਦੇਖਦੇ ਹਾਂ ਪ੍ਰਸ਼ਨ ਉੱਤਰ ਕੀ ਨੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪੇਪਰ ਵਿੱਚ ਤੁਹਾਨੂੰ ਸਰਲ ਅਰਥ ਪੁੱਛੇ ਜਾਣਗੇ। ਸੋ ਪਿਆਰੇ ਵਿਦਿਆਰਥੀਓ, 2 ਪੈਰਿਆਂ ਦੇ ਸਾਨੂੰ ਸਰਲ ਅਰਥ ਪੁੱਛੇ ਗਏ ਹਨ। ਕਿਹੜਾ ਪੈਰਾ ਹੈ ਦੇਖੋ। ਨੰਬਰ 1 ਹੈ ਊੜਾ ਭਾਗ। ਜੇ ਕਿਧਰੇ ਹਾਰਾਂ ਲੱਕ ਤੋੜਨ, ਮਨ ਹੋ ਜਾਏ ਨਿਰਾਸ਼, ਜ਼ਿੰਦਗੀ ਜਾਣੇ ਘੋਲਲ ਮੇਰਾ, ਜਿੱਤ ਵਿੱਚ ਰੱਖ ਵਿਸ਼ਵਾਸ। ਸਰਲ ਅਰਥ ਵੇਖੋ ਬੇਟਾ, ਤੁਹਾਨੂੰ ਤਸਵੀਰ ਵੀ ਪ੍ਰੇਰਨਾ ਦੇ ਰਹੀ ਹੋਵੇਗੀ ਕਿ ਮਨ ਕਦੀ ਨਹੀਂ ਢਾਉਣਾ, ਹਮੇਸ਼ਾ ਮਿਹਨਤ 'ਤੇ ਵਿਸ਼ਵਾਸ ਰੱਖਣਾ ਹੈ। ਸਰਲ ਅਰਥ ਇਸ ਤਰ੍ਹਾਂ ਲਿਖਣੇ ਆ ਬੇਟਾ ਤੁਸੀਂ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਜੇ ਜ਼ਿੰਦਗੀ ਵਿੱਚ ਕਦੇ ਹਾਰਾਂ ਦਾ ਮੂੰਹ ਦੇਖਣਾ ਪੈ ਜਾਵੇ ਤਾਂ ਹੌਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਜ਼ਿੰਦਗੀ ਨੂੰ ਇੱਕ ਲੰਬਾ ਘੋਲ ਸਮਝ ਕੇ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਤੁਸੀਂ ਸਰਲ ਅਰਥ ਲਿਖਣੇ ਹਨ, ਸਮਝਣੇ ਆ, ਯਾਦ ਕਰਨੇ ਆ। ਦੇਖੋ ਅੱਗੇ ਅਗਲਾ ਪੈਰਾ ਸਾਨੂੰ ਐੜਾ ਭਾਗ ਦਿੱਤਾ ਹੈ। ਸਿਦਕ ਲਗਨ ਦੇ ਤਕੜੇ ਖੰਭੀ, ਉੱਡਣਾ ਉੱਚ ਅਸਮਾਨੀ, ਥਾਲ ਸਾਗਰ ਵੀ ਰੋਕ ਸਕਣ ਨਾ, ਤੇਰੀ ਸਹਿਜ ਰਵਾਨੀ। ਇਸ ਦੇ ਸਰਲ ਅਰਥ ਅਸੀਂ ਕਰਨੇ ਹਨ। ਸਰਲ ਅਰਥ ਵੇਖੋ ਬੇਟਾ, ਇਸ ਤਰ੍ਹਾਂ ਤੁਸੀਂ ਲਿਖਣੇ ਹਨ ਜੇ ਪੇਪਰ ਵਿੱਚ ਆ ਜਾਂਦੇ ਨੇ। ਕਵੀ ਕਹਿੰਦਾ ਹੈ ਕਿ ਸਬਰ ਅਤੇ ਸਿਦਕ ਦੇ ਖੰਭਾਂ ਨਾਲ ਹੀ ਮਨੁੱਖ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਅਤੇ ਕੋਈ ਵੀ ਤਾਕਤ ਉਸ ਨੂੰ ਰੋਕ ਨਹੀਂ ਸਕਦੀ। ਇਸ ਤਰ੍ਹਾਂ ਅਸੀਂ ਸਰਲ ਅਰਥ ਲਿਖਣੇ ਹਨ। ਉਸ ਤੋਂ ਬਾਅਦ ਨੰਬਰ 2 ਹੈ। ਪ੍ਰਸ਼ਨ ਪੁੱਛਿਆ ਗਿਆ ਹੈ, ਉਦਮ ਕਰਨ ਨਾਲ ਸਾਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ। ਉੱਤਰ ਹੈ, ਉਦਮ ਕਰਨ ਨਾਲ ਮਨੁੱਖ ਨੂੰ ਉੱਚੀਆਂ ਮੰਜ਼ਿਲਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਕੋਈ ਰੁਕਾਵਟ ਉਸ ਦਾ ਰਾਹ ਨਹੀਂ ਰੋਕ ਸਕਦੀ। ਤੀਸਰਾ ਨੰਬਰ ਹੈ ਸਾਡੇ ਕੋਲ ਔਖੇ ਸ਼ਬਦਾਂ ਦੇ ਅਰਥ। ਲੋਚੇ, ਲੋਚੇ ਭਾਵ ਚਾਹੇ, ਇੱਛਾ ਕਰੇ ਜਾਂ ਅਸੀਂ ਜੋ ਚਾਹੁੰਦੇ ਹਾਂ ਉਸ ਨੂੰ ਕਹਿੰਦੇ ਹਨ ਲੋਚੇ, ਲੋਚਣਾ। ਰਹਿਸਨ, ਰਹਿਸਨ ਹੁੰਦਾ ਹੈ ਰਹਿਣਗੇ, ਠੀਕ ਹੈ। ਭਰਪੂਰ, ਭਰਪੂਰ ਹੁੰਦਾ ਭਰੇ ਹੋਏ, ਕਿਸੇ ਚੀਜ਼ ਨਾਲ ਕੋਈ ਚੀਜ਼ ਭਰੀ ਹੋਵੇ ਤਾਂ ਕਹਿ ਦਿੰਦੇ ਭਰਪੂਰ, ਭਰੇ ਹੋਏ। ਘੋਲ, ਘੋਲ ਸ਼ਬਦ ਦਾ ਅਰਥ ਹੈ ਪਹਿਲਵਾਨਾਂ ਦੀ ਕੁਸ਼ਤੀ, ਟਾਕਰਾ, ਜੰਗ, ਲੜਾਈ। ਦਾਸੀ, ਦਾਸੀ ਹੁੰਦਾ ਇਹਦਾ ਅਰਥ ਸ਼ਬਦ ਦਾ ਸੇਵਾ ਕਰਨ ਵਾਲੀ ਜਾਂ ਨੌਕਰਾਣੀ। ਸਿਦਕ, ਸਿਦਕ ਤੋਂ ਅਰਥ ਹੈ ਵਿਸ਼ਵਾਸ, ਭਰੋਸਾ। ਸਹਿਜ ਰਵਾਨੀ, ਸੁਭਾਵਕ ਚਾਲ ਨੂੰ ਸਹਿਜ ਰਵਾਨੀ ਕਹਿੰਦੇ ਹਨ, ਜਿਸ ਨੂੰ ਆਪਾਂ ਕਵਿਤਾ ਵਿੱਚ ਨਿਰੰਤਰ ਸ਼ਬਦ ਵੀ ਇਹਦੇ ਸਮਾਨਾਰਥਕ ਸ਼ਬਦ ਹੀ ਹੈ, ਉਹ ਤੋਂ ਵੀ ਤੁਸੀਂ ਸਮਝ ਸਕਦੇ ਹੋ। ਚੌਥਾ ਭਾਗ ਹੈ ਸਾਡੀ ਅਭਿਆਸ ਦਾ, ਵਾਕਾਂ ਵਿੱਚ ਵਰਤੋ। ਮੰਜ਼ਿਲ, ਮੰਜ਼ਿਲ ਸ਼ਬਦ ਆਇਆ ਹੈ ਜਿਸ ਦਾ ਅਰਥ ਹੈ ਨਿਸ਼ਾਨਾ, ਮਿਥੀ ਹੋਈ ਮੰਜ਼ਿਲ। ਉਦਮ ਕਰਨ ਨਾਲ ਮੰਜ਼ਿਲ ਮਿਲਦੀ ਹੈ, ਉਦਮ ਕਰਨ ਨਾਲ ਮੰਜ਼ਿਲ ਮਿਲਦੀ ਹੈ। ਦੂਸਰਾ ਸ਼ਬਦ ਹੈ ਜਿਸ ਦਾ ਵਾਕ ਬਣਾਉਣਾ ਹੈ ਉਦਮ, ਜਿਸ ਦਾ ਅਰਥ ਹੈ ਯਤਨ। ਉਦਮ ਕਰਨ ਵਾਲੇ ਰੁਕਾਵਟਾਂ ਤੋਂ ਨਹੀਂ ਘਬਰਾਉਂਦੇ। ਉਦਮ ਸ਼ਬਦ ਦਾ ਅਰਥ ਹੈ ਯਤਨ, ਉਦਮ ਕਰਨ ਵਾਲੇ ਰੁਕਾਵਟਾਂ ਤੋਂ ਨਹੀਂ ਘਬਰਾਉਂਦੇ। ਤੀਸਰਾ ਸ਼ਬਦ ਹੈ ਨਿਰੰਤਰ, ਇਸ ਦਾ ਅਰਥ ਹੈ ਲਗਾਤਾਰ। ਮੈਂ ਇਸ ਵਾਰ ਨਿਰੰਤਰ ਪੜ੍ਹਾਈ ਕਰਾਂਗਾ। ਤੀਸਰਾ ਸ਼ਬਦ ਸੀ ਨਿਰੰਤਰ, ਜਿਸ ਦਾ ਅਰਥ ਸੀ ਲਗਾਤਾਰ। ਮੈਂ ਇਸ ਵਾਰ ਨਿਰੰਤਰ ਪੜ੍ਹਾਈ ਕਰਾਂਗਾ। ਚੌਥਾ ਸ਼ਬਦ ਹੈ ਸੁਗੰਧੀਆਂ, ਜਿਸ ਦਾ ਅਰਥ ਹੈ ਖੁਸ਼ਬੂਆਂ।
ਬਗੀਚੇ ਦੇ ਫੁੱਲ ਸੁਗੰਧੀਆਂ ਛੱਡ ਰਹੇ ਹਨ। ਕੀ ਸ਼ਬਦ ਸੀ? ਸੁਗੰਧੀਆਂ, ਜਿਸ ਦਾ ਅਰਥ ਹੈ ਖੁਸ਼ਬੂਆਂ। ਬਗੀਚੇ ਦੇ ਫੁੱਲ ਸੁਗੰਧੀਆਂ ਛੱਡ ਰਹੇ ਹਨ। ਸਿਦਕ, ਸਿਦਕ ਸ਼ਬਦ ਦਾ ਅਰਥ ਹੈ, ਪੰਜਵਾਂ ਸ਼ਬਦ ਹੈ ਸਾਡੇ ਕੋਲ ਸਿਦਕ, ਜਿਸ ਦਾ ਅਰਥ ਹੈ ਵਿਸ਼ਵਾਸ। ਅਸੀਂ ਸਿਦਕ ਨਾਲ ਖੇਡੇ ਤੇ ਮੈਚ ਜਿੱਤ ਗਏ। ਸ਼ਬਦ ਹੈ ਸਿਦਕ, ਜਿਸ ਦਾ ਅਰਥ ਹੈ ਵਿਸ਼ਵਾਸ। ਅਸੀਂ ਸਿਦਕ ਨਾਲ ਖੇਡੇ ਤੇ ਮੈਚ ਜਿੱਤ ਗਏ। ਛੇਵਾਂ ਸਾਡੇ ਕੋਲ ਸ਼ਬਦ ਹੈ ਸੱਖਣੇ ਹੱਥ, ਭਾਵ ਖਾਲੀ ਹੱਥ। ਮਿਹਨਤ ਕਰਨ ਵਾਲੇ ਦੇ ਹੱਥ ਸੱਖਣੇ ਨਹੀਂ ਰਹਿੰਦੇ। ਸ਼ਬਦ ਹੈ ਸੱਖਣੇ ਹੱਥ, ਅਰਥ ਹੈ ਖਾਲੀ ਹੱਥ। ਮਿਹਨਤ ਕਰਨ ਵਾਲੇ ਦੇ ਹੱਥ ਸੱਖਣੇ ਨਹੀਂ ਰਹਿੰਦੇ। ਸੱਤਵਾਂ ਸ਼ਬਦ ਹੈ ਸਾਡੇ ਕੋਲ, ਜਿਹਦਾ ਵਾਕ ਬਣਾਉਣਾ ਹੈ ਅਸੀਂ, ਲੱਕ ਤੋੜਨਾ। ਇਸ ਦਾ ਅਰਥ ਹੈ ਹੌਸਲਾ ਤੋੜ ਦੇਣਾ ਜਾਂ ਹੌਸਲਾ ਛੱਡ ਦੇਣਾ। ਵਾਕ ਹੈ ਸਾਡੇ ਕੋਲ, ਅਸੀਂ ਬਣਾਉਂਦੇ ਹਾਂ ਇਸ ਦਾ ਵਾਕ। ਜਵਾਨ ਪੁੱਤਰ ਦੀ ਮੌਤ ਨੇ ਉਸ ਦਾ ਲੱਕ ਤੋੜ ਦਿੱਤਾ। ਸ਼ਬਦ ਸੀ ਲੱਕ ਤੋੜਨਾ, ਅਰਥ ਸੀ ਹੌਸਲਾ ਤੋੜ ਦੇਣਾ ਜਾਂ ਹੌਸਲਾ ਛੱਡ ਦੇਣਾ। ਜਵਾਨ ਪੁੱਤਰ ਦੀ ਮੌਤ ਨੇ ਉਸ ਦਾ ਲੱਕ ਤੋੜ ਦਿੱਤਾ। ਪਿਆਰੇ ਵਿਦਿਆਰਥੀਓ, ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜੋ ਅਸੀਂ ਵਾਕ ਬਣਾਏ ਨੇ, ਇਹ ਜ਼ਰੂਰੀ ਨਹੀਂ ਕਿ ਤੁਸੀਂ ਇਹੀ ਵਾਕ ਬਣਾਉਣਾ ਹੈ। ਤੁਹਾਨੂੰ ਸ਼ਬਦ ਆਉਣੇ ਚਾਹੀਦੇ ਹਨ, ਤੁਹਾਡੇ ਸ਼ਬਦ ਭੰਡਾਰ ਵਿੱਚ ਹੋਣੇ ਚਾਹੀਦੇ ਨੇ, ਔਰ ਉਹਨਾਂ ਸ਼ਬਦਾਂ ਦੇ ਅਰਥ ਤੁਹਾਨੂੰ ਪੂਰੀ ਤਰ੍ਹਾਂ ਸਪਸ਼ਟ ਅਤੇ ਯਾਦ ਹੋਣੇ ਚਾਹੀਦੇ ਹਨ। ਤੁਸੀਂ ਜੇ ਚਾਹੋ ਤਾਂ ਹੋਰ ਵੀ ਵਾਕ ਬਣਾ ਸਕਦੇ ਹੋ ਜਿਸ ਦਾ ਅਰਥ ਪੂਰੀ ਤਰ੍ਹਾਂ ਸਪਸ਼ਟ ਹੋਵੇ। ਤੁਸੀਂ ਆਪ ਵੀ ਵਾਕ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਵਿੱਚ ਰਚਨਾਤਮਕਤਾ ਦੀ ਜਿਹੜੀ ਕੁਸ਼ਲਤਾ ਹੈ ਜਾਂ ਰਚਨਾਤਮਕਤਾ ਦੀ ਕਲਾ ਹੈ ਉਹ ਪੈਦਾ ਹੋ ਸਕੇ। ਪੁੱਤਰੋ, ਇਸ ਕਵਿਤਾ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਵੀ ਕਰਨਾ ਹੈ ਜ਼ੁਬਾਨੀ। ਇਸ ਦੇ ਪ੍ਰਸ਼ਨ ਉੱਤਰ, ਸਰਲ ਅਰਥ, ਵਾਕ, ਔਖੇ ਸ਼ਬਦਾਂ ਦੇ ਅਰਥ ਆਪਣੀ ਪੱਕੀ ਕਾਪੀ ਉੱਪਰ ਸੁੰਦਰ ਲਿਖਾਈ ਵਿੱਚ ਸਮਝ ਕੇ ਲਿਖਣੇ ਹਨ ਅਤੇ ਯਾਦ ਕਰਨੇ ਹਨ। ਸੋ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਲਗਾਤਾਰ ਮਿਹਨਤ ਕਰਨ ਦੇ ਨਾਲ ਤੁਸੀਂ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਇਹ ਤਸਵੀਰ ਤੋਂ ਪ੍ਰੇਰਨਾ ਲੈ ਸਕਦੇ ਹੋ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਕਵਿਤਾ ਨੂੰ ਚੰਗੀ ਤਰ੍ਹਾਂ ਸੁਣਿਆ ਅਤੇ ਸਮਝਿਆ ਹੋਵੇਗਾ। ਮੈਨੂੰ ਆਸ ਹੈ ਕਿ ਤੁਸੀਂ ਜ਼ਰੂਰ ਇਸ ਨੂੰ ਕਾਪੀਆਂ 'ਤੇ ਲਿਖੋਗੇ ਔਰ ਜ਼ੁਬਾਨੀ ਯਾਦ ਕਰੋਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।